Good morning, students. Third unit, Levinston's critical minimum effort thesis. ਲੈਵਿੰਸਟਨ ਦਾ ਜ਼ਰੂਰੀ ਨਿਊਨਤਮ ਯਤਨ ਦਾ ਸਿਧਾਂਤ। ਪਹਿਲਾਂ ਆਪਾਂ ਕੀਤੀ ਸੀ ਥਿਓਰੀ ਆਫ ਬਿਗ ਪੁਸ਼, ਰੋਡਾਨ ਦੀ ਸੀ। ਬਿਗ ਪੁਸ਼ ਦੇ ਵਿੱਚੋਂ ਕੀ ਕਹਿੰਦਾ ਸੀ ਕਿ ਸਾਨੂੰ ਵੱਡਾ ਧੱਕਾ ਚਾਹੀਦਾ, ਵੱਡੀ ਮਾਤਰਾ 'ਚ ਇਨਵੈਸਟਮੈਂਟ ਦੀ ਲੋੜ ਹੈ ਸਾਨੂੰ। ਠੀਕ ਹੈ, ਜਦੋਂ ਵੱਡੀ ਮਾਤਰਾ ਦੇ ਵਿੱਚ ਇਨਵੈਸਟਮੈਂਟ ਹੋਏਗਾ ਤਾਂ ਹੀ ਇਕੋਨਮੀ ਆਰਥਿਕ ਵਿਕਾਸ ਦੇ ਰਾਹ 'ਤੇ ਤੁਰ ਪਾਏਗੀ। ਇਹ ਕੀ ਕਹਿੰਦਾ ਸੀ ਲੈਵਿੰਸਟਨ ਕਿ ਘੱਟੋ ਘੱਟ ਸੇਮ ਥਿੰਗ ਹੀ ਹੈ ਕਿ ਘੱਟੋ ਘੱਟ ਜ਼ਰੂਰੀ ਨਿਊਨਤਮ ਘੱਟ ਤੋਂ ਘੱਟ ਇੰਨਾ ਕੁ ਨਿਵੇਸ਼ ਹੋਣਾ ਚਾਹੀਦਾ ਹੈ ਕਿ ਅਰਥ ਵਿਵਸਥਾ ਆਪਣੇ ਆਪ ਆਪਣੀ ਲੀਹ 'ਤੇ ਤੁਰ ਪਵੇ। ਇਹਦੇ ਹਿਸਾਬ ਦੇ ਨਾਲ ਕਹਿੰਦਾ ਅਲ ਵਿਕਸਿਤ ਦੇਸ਼ਾਂ ਵਿੱਚ ਨਿਵੇਸ਼ ਘੱਟ ਤੋਂ ਘੱਟ ਇੰਨਾ ਹੋਣਾ ਚਾਹੀਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਆਰਥਿਕ ਵਿਕਾਸ ਹੈ ਉਹ ਆਟੋਮੈਟਿਕ ਹੁੰਦਾ ਰਹੇ, ਆਪਣੇ ਆਪ ਚੱਲਦਾ ਰਹੇ। ਅਰਥ ਵਿਵਸਥਾ ਨੂੰ ਗਰੀਬੀ ਦੇ ਕੁਚੱਕਰਾਂ ਤੋਂ ਬਾਹਰ ਕੱਢਣ ਲਈ ਘੱਟ ਤੋਂ ਘੱਟ ਇੰਨੀ ਕੁ ਮਾਤਰਾ 'ਚ ਨਿਵੇਸ਼ ਕਰਨਾ ਚਾਹੀਦਾ ਹੈ ਕਿ ਇਹ ਗਰੀਬ ਸਾਰੇ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਇੱਕ ਅਰਥ ਵਿਵਸਥਾ ਆਪਣੇ ਆਪ ਨੂੰ ਬਾਹਰ ਕੱਢ ਸਕੇ। ਇਹੀ ਕਹਿਣਾ ਚਾਹੁੰਦਾ ਉਹ ਕਿ ਘੱਟ ਤੋਂ ਘੱਟ ਇੰਨਾ ਕੁ ਹੋਣਾ ਚਾਹੀਦਾ। ਜ਼ਰੂਰੀ ਨਿਊਨਤਮ ਯਤਨਾਂ ਦੀ ਲੋੜ ਕਿਉਂ ਹੈ? ਕਿਉਂਕਿ ਕਹਿੰਦੇ ਕਈ ਸਾਧਨ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਛੋਟੀਆਂ ਛੋਟੀਆਂ ਮਾਤਰਾਵਾਂ ਵਿੱਚ ਨਹੀਂ ਲਗਾਇਆ ਜਾ ਸਕਦਾ। ਫੋਰ ਐਗਜ਼ਾਮਪਲ ਕੱਲ੍ਹ ਵੀ ਆਪਾਂ ਬਿਗ ਪੁਸ਼ ਥਿਓਰੀ ਵਿੱਚ ਇਹੀ ਪੜ੍ਹਿਆ ਸੀ, ਜਿਵੇਂ ਕਿ ਉਹ ਕਹਿੰਦਾ ਸੀਗਾ ਬਿਗ ਪੁਸ਼ ਦੇ ਵਿੱਚ ਜਿਵੇਂ ਟ੍ਰੇਨਸ ਹੈ। ਠੀਕ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਥੋੜ੍ਹੀ ਜਿਹੀ ਹੁਣ ਵਿਛਾ ਦਿਓ, ਵਿੱਚੋਂ ਅੱਧਾ ਟੋਟਾ ਛੱਡ ਦਿਓ, ਥੋੜ੍ਹਾ ਅੱਗੇ ਹੋਰ ਵਿਛਾ ਦਿਓ, ਪਰ ਉਹਦੇ ਨਾਲ ਗੱਲ ਨਹੀਂ ਬਣਨੀ। ਟ੍ਰੇਨ ਵਿਛਾਉਣ ਲਈ ਜੇ ਤੁਸੀਂ ਟ੍ਰੇਨ ਦੀਆਂ ਰੇਲ ਲਾਈਨਾਂ ਵਿਛਾਉਣੀਆਂ ਤੁਹਾਨੂੰ ਮਿਨੀਮਮ ਇੰਨਾ ਕੁ ਇਨਵੈਸਟਮੈਂਟ ਦਾ ਕਰਨਾ ਹੀ ਪਏਗਾ ਕਿ ਉਹ ਸਕਸੈਸਫੁਲੀ ਚੱਲ ਸਕੇ। ਸੈਕਿੰਡ, ਜੇਕਰ ਦੇਸ਼ ਦਾ ਸੰਤੁਲਿਤ ਵਿਕਾਸ ਕਰਨਾ ਹੈ ਤਾਂ ਨਿਊਨਤਮ ਲੋੜੀਂਦਾ ਯਤਨ ਜ਼ਰੂਰੀ ਹੈ। ਥਰਡ, ਹਰੇਕ ਅਰਥ ਵਿਵਸਥਾ ਵਿੱਚ ਦੋ ਤਰ੍ਹਾਂ ਦੀਆਂ ਸ਼ਕਤੀਆਂ ਕਿਰਿਆਸ਼ੀਲ ਹੈ। ਠੀਕ ਹੈ, ਇੱਕ ਤਾਂ ਉਤੇਜਨਾ ਤੱਤ ਹੈ ਅਤੇ ਦੂਸਰੇ ਕੀ ਹੈ ਆਪਣੇ ਕੋਲ ਸ਼ੌਕਸ। ਇੱਕ ਹੁੰਦੇ ਆ ਅੱਗੇ ਧੱਕਣ ਵਾਲੇ ਤੱਤ, ਇੱਕ ਹੁੰਦੇ ਆ ਪਿੱਛੇ ਲਿਜਾਣ ਵਾਲੇ। ਅੱਗੇ ਧੱਕਣ ਵਾਲੇ ਜਿਵੇਂ ਆਪਾਂ ਇਨਵੈਸਟਮੈਂਟ ਕਹਿ ਲਓ, ਜਿੰਨੀ ਇਨਵੈਸਟਮੈਂਟ ਕਰਾਂਗੇ ਆਪਣੀ ਇਕੋਨਮੀ ਅੱਗੇ ਜਾਏਗੀ। ਬੱਚਤ, ਨਿਵੇਸ਼, ਪੂੰਜੀ ਨਿਰਮਾਣ। ਠੀਕ ਹੈ, ਇਹ ਕੀ ਹੈ ਉਤੇਜਕ ਤੱਤ। ਪਿੱਛੇ ਧਕੇਲਣ ਵਾਲੇ ਜਨਸੰਖਿਆ ਵਿੱਚ ਵਾਧਾ। ਠੀਕ ਹੈ, ਜਿੰਨਾ ਜਿੰਨਾ ਜਨਸੰਖਿਆ 'ਚ ਵਾਧਾ ਹੋਈ ਜਾਊਗਾ ਆਮਦਨ ਘਟੀ ਜਾਊਗੀ, ਗਰੀਬੀ ਵਧੀ ਜਾਊਗੀ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਵਿਕਾਸ ਏਜੰਟ, ਜਿਵੇਂ ਉਦਮੀ ਹੋ ਗਏ, ਨਿਵੇਸ਼ ਕਰਤਾ, ਬੱਚਤ ਕਰਤਾ, ਇਨੋਵੇਟਰਸ, ਇਹ ਸਾਰੇ ਕੀ ਹੁੰਦੇ ਆ ਵਿਕਾਸ ਦੇ ਏਜੰਟ। ਉਸ ਤੋਂ ਬਾਅਦ ਇਨਸੈਂਟਿਵ, ਜ਼ੀਰੋ ਸਮ ਇਨਸੈਂਟਿਵ, ਪੋਜ਼ੀਟਿਵ ਸਮ ਇਨਸੈਂਟਿਵ। ਇਹਦੇ ਵਿੱਚ ਤੁਸੀਂ ਕੀ ਪੜ੍ਹਨਾ ਕਿ ਜਿਹੜੇ ਸਿਫਰ ਰਾਸ਼ੀ ਪ੍ਰੇਰਨਾਵਾਂ ਹੈ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਕੋਈ ਇਨਸੈਂਟਿਵ ਨਹੀਂ ਹੁੰਦਾ, ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਜਿਵੇਂ ਆਪਣੀ ਇੱਕ ਆਰਥਿਕ ਪ੍ਰਤਿਸ਼ਠਾ ਨੂੰ ਕਾਇਮ ਰੱਖਣਾ ਸੀ, ਲੋਕਾਂ ਨੂੰ ਦਿਖਾਵਾ ਕਰਨ ਵਾਸਤੇ, ਹੈ ਨਾ, ਡੈਮੋਨਸਟ੍ਰੇਟਿਵ ਇਫੈਕਟ ਕਹਿ ਲਓ, ਪ੍ਰਦਰਸ਼ਨ ਪ੍ਰਭਾਵ ਕਹਿ ਲਓ। ਉਹਦੇ ਹਿਸਾਬ ਨਾਲ ਇੱਕ ਸਿਫਰ ਰਾਸ਼ੀ ਪ੍ਰੇਰਨਾ, ਇੱਕ ਧਨਾਤਮਕ ਜਿਹਦੇ ਵਿੱਚ ਕੀ ਹੈ ਜੇ ਆਪਾਂ ਪ੍ਰੇਰਨਾਵਾਂ ਹੁੰਦੀਆਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾਉਣ ਦੀ, ਇਨਵੈਸਟਮੈਂਟ ਕਰਨ ਦੀ, ਉਹਨੂੰ ਕਹਿੰਦੇ ਆ ਧਨਾਤਮਕ ਰਾਸ਼ੀ ਪ੍ਰੇਰਨਾਵਾਂ। ਠੀਕ ਹੈ, ਸਿਫਰ ਰਾਸ਼ੀ ਪ੍ਰੇਰਨਾਵਾਂ ਆਰਥਿਕ ਪ੍ਰਤਿਸ਼ਠਾ ਨੂੰ ਕਾਇਮ ਰੱਖਣ ਲਈ ਹੈ। ਇਹਦੇ ਕੀ ਪ੍ਰੋਬਲਮਸ ਹੁੰਦੀਆਂ, ਠੀਕ ਹੈ, ਕੀ ਪ੍ਰੋਬਲਮਸ ਹੈ ਅਤੇ ਕਿਉਂ ਸਾਨੂੰ ਆਹ ਕਰਨਾ ਪੈਂਦਾ ਹੈ ਜ਼ਰੂਰੀ ਨਿਊਨਤਮ, ਇਹ ਆਪਾਂ ਦੱਸ ਰਹੇ ਹਾਂ। ਪਹਿਲਾਂ ਸਮੱਸਿਆਵਾਂ ਦੀ ਰੀਡਿੰਗ ਕਰ ਰਹੇ ਹਾਂ ਆਪਾਂ। ਸੰਗਠਿਤ ਅਤੇ ਅਸੰਗਠਿਤ ਕਿਰਤ ਜਿਹੜੇ ਹੈ ਉਹ ਰੂੜੀਵਾਦੀ ਹੁੰਦੇ ਆ, ਉਹ ਪਰਿਵਰਤਨ ਨੂੰ ਪਸੰਦ ਹੀ ਨਹੀਂ ਕਰਦੇ ਕਿ ਚੇਂਜ ਹੋਣਾ ਹੀ ਨਹੀਂ ਚਾਹੀਦਾ। ਨਵੇਂ ਵਿਚਾਰਾਂ ਅਤੇ ਗਿਆਨ ਦਾ ਪ੍ਰਤੀਰੋਧ ਅਤੇ ਰੂੜੀਵਾਦੀ ਸ਼ਕਤੀਆਂ ਦਾ ਆਕਰਸ਼ਣ, ਕਿਉਂਕਿ ਕਹਿੰਦੇ ਜਿਹੜੇ ਨਵੇਂ ਵਿਚਾਰ ਹੈ ਅਤੇ ਗਿਆਨ ਹੈ ਉਹਨਾਂ ਦਾ ਪ੍ਰਤੀਰੋਧ ਕਰਦੇ ਜਿਹੜੇ ਪਹਿਲਾਂ ਤੋਂ ਆਲਰੇਡੀ। ਹੁਣ ਦੇਖੋ ਜਦੋਂ ਸ਼ੁਰੂ 'ਚ ਆਪਣੀ ਕੰਟਰੀ ਦੇ ਵਿੱਚ ਵੀ ਅੰਗਰੇਜ਼ਾਂ ਨੇ ਕੁਛ ਲਗਾਏ ਸੀਗੇ, ਕੁਛ ਜਿਹੜੇ ਸੁਧਾਰ ਕੀਤੇ ਸੀਗੇ, ਜਿਵੇਂ ਸਤੀ ਪ੍ਰਥਾ ਖਤਮ ਕੀਤੀ, ਬਾਲ ਵਿਆਹ ਖਤਮ ਕੀਤਾ, ਤਾਂ ਜਿਹੜੇ ਇੱਥੋਂ ਦੇ ਰੂੜੀਵਾਦੀ ਲੋਕ ਉਹਨਾਂ ਨੇ ਵਿਰੋਧ ਹੀ ਕੀਤਾ ਸੀ। ਕਿਉਂ? ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਕਿ ਇੰਟਰਫੇਅਰੈਂਸ ਹੈ। ਇਸੇ ਤਰੀਕੇ ਨਾਲ ਜਿਹੜੇ ਰੂੜੀਵਾਦੀ ਕਿਸਾਨ ਹੈ ਜਾਂ ਰੂੜੀਵਾਦੀ ਲੋਕ ਹੈ ਉਹ ਨਵੀਆਂ ਟੈਕਨੀਕਸ ਨੂੰ ਯੂਜ਼ ਨਹੀਂ ਕਰਨਾ ਪਸੰਦ ਕਰਦੇ, ਉਹ ਪਰਿਵਰਤਨ ਹੀ ਪਸੰਦ ਨਹੀਂ ਕਰਦੇ। ਠੀਕ ਹੈ, ਜਿਹੜੀਆਂ ਕਿ ਮੁੱਖ ਸਮੱਸਿਆਵਾਂ ਹੈ ਕਿਸੇ ਅਲਪ ਵਿਕਸਿਤ ਅਰਥ ਵਿਵਸਥਾ ਦੀਆਂ। ਸਰਵਜਨਕ ਅਤੇ ਨਿੱਜੀ ਖੇਤਰ ਦੁਆਰਾ ਪੂੰਜੀ ਸਮੂਹ ਦੇ ਲਈ ਪ੍ਰਯੋਗ ਕਰਨ ਵਾਲੇ ਸਾਧਨਾਂ ਦੀ ਅਣਉਤਪਾਦਕੀ ਉਪਭੋਗ ਵਿੱਚ ਵਾਧਾ। ਮਤਲਬ ਅਸੀਂ ਕੰਜ਼ੰਪਸ਼ਨ ਤਾਂ ਕਰਦੇ ਹਾਂ ਬਟ ਅਨਪ੍ਰੋਡਕਟਿਵਲੀ, ਜਿਹਦਾ ਕੋਈ ਫਾਇਦਾ ਨਹੀਂ ਹੈ। ਅਨਪ੍ਰੋਡਕਟਿਵਲੀ ਲਗਜ਼ਰੀਜ਼ ਕਾਰਾਂ ਲੈ ਲਈਆਂ, ਹੈ ਨਾ, ਲਗਜ਼ਰੀ ਆਈਟਮਸ ਯੂਜ਼ ਕਰ ਲਈਆਂ, ਜਿਹਦੇ ਨਾਲ ਕੀ ਹੈ ਜਿਹੜੀਆਂ ਆਪਣੀ ਇਕੋਨਮੀ ਦੇ ਵਿੱਚ ਜ਼ਿਆਦਾ ਪੈਸਾ ਸਰਕੂਲੇਟ ਜਿਹੜਾ ਕਿ ਥੋੜ੍ਹੇ ਕੁ ਲੋਕਾਂ ਦੇ ਹੱਥਾਂ ਵਿੱਚ ਹੋ ਕੇ ਰਹਿ ਜਾਂਦਾ ਹੈ।
ਜਨਸੰਖਿਆ ਦੇ ਵਾਧੇ ਦੇ ਨਾਲ ਕਿਰਤੀਆਂ ਦੀ ਪੂਰਤੀ ਵਿੱਚ ਵਾਧਾ, ਜਿਸ ਦੇ ਸਿੱਟੇ ਵਜੋਂ ਪ੍ਰਤੀ ਵਿਅਕਤੀ ਪੂੰਜੀ ਦੀ ਪ੍ਰਾਪਤੀ ਵਿੱਚ ਕਮੀ ਆਉਂਦੀ ਹੈ। ਉੱਚ ਪੂੰਜੀ ਉਤਪਾਦਨ ਅਨੁਪਾਤ, ਮਤਲਬ ਪੂੰਜੀ ਜ਼ਿਆਦਾ ਲਗਾਉਣੀ ਪੈਂਦੀ ਹੈ, ਉਤਪਾਦਨ ਉਹਦੇ ਅਕੋਰਡਿੰਗ ਨਹੀਂ ਹੁੰਦਾ। ਨਿਊਨਤਮ ਜ਼ਰੂਰੀ ਯਤਨ ਦੇ ਸਿੱਟੇ ਕੀ ਹੈ? ਫਿਰ ਕਹਿੰਦਾ ਜਦੋਂ ਅਸੀਂ ਨਿਊਨਤਮ, ਇਹ ਸਾਰੀਆਂ ਸਮੱਸਿਆਵਾਂ ਸੀ, ਫਿਰ ਅਸੀਂ ਜ਼ਰੂਰੀ ਨਿਊਨਤਮ ਯਤਨ ਕੀਤਾ, ਘੱਟ ਤੋਂ ਘੱਟ ਇੱਕ ਨਿਵੇਸ਼ ਕੀਤਾ, ਉਹਦੇ ਨਾਲ ਕੀ ਹੋਇਆ? ਵਿਕਾਸ ਏਜੰਟਾਂ ਦੀ ਗਣਨਾ ਵੱਧ ਗਈ, ਮਤਲਬ ਇਨਵੈਸਟਰ ਵੱਧ ਗਏ, ਐਂਟਰਪ੍ਰੇਨਿਓਰ ਜਿਹੜੇ ਉਦਮੀ ਸੀ ਉਹ ਵੱਧ ਗਏ। ਵਿਕਾਸ ਨੂੰ ਰੋਕਣ ਵਾਲੇ ਤੱਤਾਂ ਦਾ ਅਸਰ ਘਟ ਗਿਆ, ਜਿਵੇਂ ਜਨਸੰਖਿਆ ਵੱਧ ਰਹੀ ਸੀ ਉਹ ਅਸਰ ਘਟ ਗਿਆ। ਪੂੰਜੀ ਦੀ ਪ੍ਰਤੀ ਇਕਾਈ ਯੋਗਦਾਨ ਵਿੱਚ ਜਿਹੜਾ ਵਾਧਾ ਸੀ ਉਹ ਵੀ ਸਹੀ ਹੋ ਗਿਆ। ਜਨਸੰਖਿਆ ਦੀ ਵਾਧਾ ਦਰ ਘਟ ਗਈ। ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ। ਉਹਨੂੰ ਇਹਨੇ ਇੱਕ ਡਾਇਗਰਾਮ ਦੁਆਰਾ ਦਿਖਾ ਰਿਹਾ। ਦੇਖੋ ਉਸ 'ਚੋਂ ਕੀ ਕਹਿ ਰਿਹਾ ਕਿ ਜਿਹੜਾ ZZ ਕਰਵ ਹੈ ਇਹ ਉਤੇਜਕ ਹੈ, ਜਿਵੇਂ ਇਨਵੈਸਟਰ ਹੋ ਗਏ, ਠੀਕ ਹੈ, ਐਂਟਰਪ੍ਰੇਨਿਓਰ ਹੋ ਗਏ। ਤੇ ਜਿਹੜਾ DD ਕਰਵ ਹੈ, ਜਿਵੇਂ ਜਨਸੰਖਿਆ 'ਚ ਵਾਧਾ, ਇਹ ਪਿੱਛੇ ਧਕੇਲਣ ਵਾਲੇ ਤੱਤ ਹੈ। ਕਹਿੰਦੇ ਜਦੋਂ OX ਐਕਸਿਸ ਤੇ ਕੀ ਹੈ? ਪਰ ਕੈਪੀਟਾ ਇਨਕਮ ਜਾਂ ਇੰਡਿਊਸਡ ਇਨਕਮ ਗਰੋਥ, ਇਹ ਪਰ ਕੈਪੀਟਾ ਇਨਕਮ ਨੂੰ ਸ਼ੋ ਕਰ ਰਿਹਾ। ਇਹ ਕੀ ਕਰ ਰਿਹਾ? ਪਰ ਕੈਪੀਟਾ ਇਨਕਮ ਐਂਡ ਇੰਡਿਊਸਡ ਇਨਕਮ ਦਾ ਡਿਕਲਾਈਨ ਕਿੰਨਾ ਹੋ ਰਿਹਾ, ਕਿਵੇਂ ਘਟਦੀ ਹੈ ਜਦੋਂ ਪਿੱਛੇ ਧਕੇਲਣ ਵਾਲੇ ਤੱਤ ਐਕਟਿਵ ਹੁੰਦੇ ਆ, ਠੀਕ ਹੈ। ਉਹ ਜਿਹੜਾ O ਤੋਂ ਲੈ ਕੇ F ਤੱਕ ਹੈ, OF ਕੀ ਹੈ? ਇਹ 45 ਡਿਗਰੀ ਦੀ ਰੇਖਾ ਹੈ, ਜਿਹੜੀ ਕਿ ਸਾਨੂੰ ਦੱਸਦੀ ਹੈ ਕਿ ਆਮਦਨ ਵਿੱਚ ਹੋਣ ਵਾਲਾ ਪ੍ਰੇਰਿਤ ਵਾਧਾ ਅਤੇ ਪ੍ਰੇਰਿਤ ਕਮੀ ਆਪਸ ਵਿੱਚ ਬਰਾਬਰ ਹੈ। ਜਿੰਨਾ ਆਮਦਨ ਵਿੱਚ ਵਾਧਾ ਹੋ ਰਿਹਾ ਉਨੀ ਉਹਦੇ ਨਾਲ ਕਮੀ ਹੋ ਰਹੀ, ਕਿਉਂਕਿ ਜਨਸੰਖਿਆ ਨਾਲ ਵੱਧ ਰਹੀ ਹੈ, ਇਨਵੈਸਟਮੈਂਟ ਜਿਹੜੀ ਹੈ ਇਨਐਕਟਿਵ ਹੋ ਰਹੀ ਹੈ, ਠੀਕ ਹੈ। ਹੁਣ E ਪੁਆਇੰਟ ਦੀ ਜੇ ਉਹਨੇ ਗੱਲ ਕੀਤੀ, ਕਹਿੰਦਾ ਜੇਕਰ ਆਪਣੀ ਜਿਹੜੀ ਇਨਕਮ ਹੈ O ਤੋਂ ਲੈ ਕੇ I ਤੱਕ ਹੈ ਤੇ E ਪੁਆਇੰਟ ਵਿੱਚ ਸੰਤੁਲਨ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਹੌਲੀ ਹੌਲੀ ਉਹ ਕਹਿੰਦਾ ਅਸੀਂ ਅੱਗੇ ਵੱਲ ਨੂੰ ਜਾਂਦੇ ਹਾਂ ਤਾਂ ਜਨਸੰਖਿਆ ਦੇ ਵਾਧੇ ਦੀ ਦਰ ਅਤੇ ਆਮਦਨ, ਇੱਥੇ ਕੀ ਹੈ? ਜਨਸੰਖਿਆ ਵਾਧੇ ਦੀ ਦਰ ਤੇ ਆਮਦਨ ਵਾਧੇ ਦੀ ਦਰ ਆਪਸ ਵਿੱਚ ਬਰਾਬਰ ਹੈ। ਤੇ ਇੱਥੇ ਪਰ ਕੀ ਹੈ? ਜਿਹੜੀ ਜਨਸੰਖਿਆ ਹੈ ਗਰੀਬੀ ਦੇ ਕੁਚੱਕਰ ਵਿੱਚ ਫਸੀ ਹੋਈ ਹੈ। ਜੇ ਅਸੀਂ OI ਤੋਂ ON ਕਰ ਲੈਂਦੇ ਹਾਂ ਇਨਕਮ, ਠੀਕ ਹੈ, ਇਹ ਜ਼ਰੂਰੀ ਨਿਊਨਤਮ ਦੇ ਬਰਾਬਰ ਤਾਂ ਨਹੀਂ ਹੈ, ਪਰ ਇਹ ਆਮਦਨ ਨੂੰ ਪ੍ਰਭਾਵਹੀਨ ਕਰ ਦੇਗਾ ਤੇ ਅਰਥ ਵਿਵਸਥਾ ਜੀਵਨ ਨਿਰਵਾਹ ਪੱਧਰ ਤੇ ਆ ਜਾਵੇਗੀ। ਜਦੋਂ ਆਪਾਂ ਇੱਥੇ ਕਰਤਾ, ਦੇਖੋ ਇੱਥੇ ਕੀ ਹੈ? ਜਿਹੜਾ ਆਪਾਂ ਇਹਨੂੰ ਦੇਖਣਾ OF ਲਾਈਨ ਨੂੰ, OF ਲਾਈਨ ਦੇ ਅਕੋਰਡਿੰਗ ਜਿਹੜੇ ਪਿੱਛੇ ਧਕੇਲਣ ਵਾਲੇ ਤੱਤ ਹੈ ਉਹ ਕਿਹੜੇ? ਆਪਣੇ ਕੋਲ ZZ, ਇਹ ਪਿੱਛੇ ਧਕੇਲਣ ਵਾਲੇ ਤੱਤ ਹੈ ਨਾ। ZZ ਕੀ ਹੈ? ਉਤੇਜਕ, ਸੌਰੀ ਇਹ ਉਤੇਜਕ ਹੈ। ਇੱਥੇ ਉਤੇਜਕ ਤੱਤ ਦੇਖੋ B ਤੋਂ ਲੈ ਕੇ F ਤੱਕ, ਮਤਲਬ ਇਨਵੈਸਟਮੈਂਟ B ਤੋਂ ਲੈ ਕੇ ਕਿੰਨੀ ਹੈ? F ਤੱਕ। ਤੇ ਆ ਜਿਹੜਾ DD ਹੈ, ਆ DD ਕਰਵ ਹੈ, ਆ DD ਕਰਵ ਹੈ, ਆ ਗਈ ਹੈ ZZ ਕਰਵ। ਇੱਥੇ ਕੀ ਹੈ? ਉਤੇਜਕ ਤੱਤ ਕਿੰਨੇ ਹੈ? F ਤੋਂ ਲੈ ਕੇ A ਤੱਕ, ਇਹ ZZ ਕਰਵ ਹੈ, ਠੀਕ ਹੈ। ਇਹ ਕੀ ਹੈ? ਉਤੇਜਕ ਤੱਤ। ਤੇ ਜਦੋਂ ਦੂਸਰੇ ਤੱਤ ਦੇਖੋ B ਤੋਂ ਲੈ ਕੇ F ਤੱਕ, ਇਹ ਕੀ ਹੈ? ਪਿੱਛੇ ਧੱਕਣ ਵਾਲੇ ਤੱਤ, ਇਹ ਜ਼ਿਆਦਾ। ਇੱਥੇ ਕੀ ਹੈ? ਜਨਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ ਜਦੋਂ ਕਿ ਇਨਵੈਸਟਮੈਂਟ ਘੱਟ ਹੈ। ਫਿਰ ਕੀ ਹੈ? ਹੌਲੀ ਹੌਲੀ ਇਹ ਨੀਚੇ ਆ ਕੇ ਆਪਣੇ ਦੁਆਰਾ E ਪੁਆਇੰਟ ਤੇ ਸਟੇਬਲ ਹੋ ਜਾਏਗੀ, ਕਿਉਂਕਿ ਇੱਥੇ ਦੋਨੋਂ ਆਪਸ ਵਿੱਚ ਇੱਕ ਦੂਜੇ ਦੇ ਬਰਾਬਰ ਹੈ, ਉਤੇਜਕ ਤੱਤ ਤੇ ਪਿੱਛੇ ਧੱਕਣ ਵਾਲੇ ਤੱਤ। ਉਹ ਕਹਿੰਦਾ ਕਿ ਜੇ ਤੁਸੀਂ ਇਕੱਠੀ ਮਾਤਰਾ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ ਤਾਂ ਛੋਟੇ ਛੋਟੇ ਲੈਵਲ ਤੋਂ ਕਰੋ। ਪਹਿਲਾਂ ਤੁਸੀਂ ਕਰ ਦਿਓ O ਤੋਂ ਲੈ ਕੇ B ਤੱਕ ਇਨਵੈਸਟਮੈਂਟ, ਠੀਕ ਹੈ। ਆਹ ਤੁਹਾਡਾ ਬਣ ਜਾਏਗਾ ਇਕੁਇਲਿਬਰੀਅਮ ਪਰ ਕੈਪੀਟਾ ਇਨਕਮ। O ਤੋਂ B ਤੋਂ ਕਰਨ ਤੋਂ ਬਾਅਦ ਤੁਸੀਂ B ਤੋਂ ਲੈ ਕੇ M ਤੱਕ ਕਰ ਦਿਓ, ਏਰੀਆ ਫਰਸਟ, ਏਰੀਆ ਸੈਕਿੰਡ, ਏਰੀਆ ਥਰਡ, ਮਤਲਬ ਮਿਨੀਮਮ ਤੁਹਾਨੂੰ O ਤੋਂ M ਤੱਕ ਤਾਂ ਕਰਨੀ ਹੈ। ਜੇ ਤੁਸੀਂ ਇਕੱਠੀ ਨਹੀਂ ਕਰ ਸਕਦੇ ਤਾਂ ਥੋੜੀ ਥੋੜੀ ਮਾਤਰਾ ਵਿੱਚ ਕਰ ਦਿਓ। ਇਹਦੇ ਪੱਖ ਵਿੱਚ ਤੱਤ, ਅਲਪ ਵਿਕਸਿਤ ਦੇਸ਼ ਵਿੱਚ ਦੋ ਕਿਸਮ ਦੇ ਤੱਤ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ, ਇੱਕ ਉਤੇਜਕ ਤੱਤ, ਇੱਕ ਪਿੱਛੇ ਧੱਕਣ ਵਾਲੇ। ਉਤੇਜਕ ਕਿਹੜੇ ਹੈ? ਜਿਵੇਂ ਉਦਮੀ ਹੋ ਗਿਆ, ਇਨਵੈਸਟਰ ਹੋ ਗਿਆ, ਇਨੋਵੇਟਰ ਹੋ ਗਿਆ, ਜਿਹੜੇ ਕਿ ਇਨਕਮ ਨੂੰ ਵਧਾਉਂਦੇ ਆ, ਆਰਥਿਕ ਵਿਕਾਸ ਨੂੰ ਵਧਾਉਣ ਵਿੱਚ ਮਦਦ ਕਰਦੇ ਆ, ਉਹਨਾਂ ਨੂੰ ਕਹਿੰਦੇ ਉਤੇਜਕ ਤੱਤ। ਇੱਕ ਹੁੰਦੇ ਪਿੱਛੇ ਧੱਕਣ ਵਾਲੇ ਤੱਤ, ਜਿਵੇਂ ਜਨਸੰਖਿਆ ਵਿੱਚ ਵਾਧਾ ਹੋ ਜਾਣਾ, ਪ੍ਰਦਰਸ਼ਨਕਾਰੀ ਪ੍ਰਭਾਵ, ਦੂਸਰਿਆਂ ਨੂੰ ਦੇਖ ਕੇ ਆਪਾਂ ਉਹ ਚੀਜ਼ ਨੂੰ ਖਰੀਦਣਾ ਬਟ ਆਪਾਂ ਨੂੰ ਲੋੜ ਹੀ ਨਹੀਂ ਹੈ, ਉਹਨੂੰ ਕਹਿੰਦੇ ਪ੍ਰਦਰਸ਼ਨਕਾਰੀ ਪ੍ਰਭਾਵ, ਸੰਰਚਨਾਤਮਕ ਪ੍ਰਭਾਵ। ਇਹ ਪਿੱਛੇ ਧੱਕਣ ਵਾਲੇ ਤੱਤ ਹੈ। ਉਹ ਦੱਸ ਰਿਹਾ ਕਿ ਇਹ ਕਿੱਥੇ ਲਾਗੂ ਹੋਊਗਾ ਤੇ ਕਿੱਦਾਂ ਦੀ ਅਰਥ ਵਿਵਸਥਾ ਹੁੰਦੀ ਹੈ ਕਿ ਉੱਥੇ ਲੋੜ ਪੈਂਦੀ ਹੈ ਜ਼ਰੂਰੀ ਨਿਊਨਤਮ ਦੀ ਨਿਵੇਸ਼ ਕਰਨ ਦੀ। ਸੈਕਿੰਡ ਕਹਿੰਦਾ ਲਵਿੰਸਟਨ ਨੇ ਦੋ ਫਿਰ ਆਪਾਂ ਨੂੰ ਪ੍ਰੇਰਨਾਵਾਂ ਦਿੱਤੀਆਂ, ਸਿਫਰ ਰਾਸ਼ੀ ਪ੍ਰੇਰਨਾ
ਧਨਾਤਮਕ ਰਾਸ਼ੀ ਪ੍ਰੇਰਨਾ। ਸਿਫਰ ਦੇ ਵਿੱਚ ਉਤਪਾਦਨ ਤੇ ਆਰਥਿਕ ਵਿਕਾਸ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਉਹਨੇ ਸਿਰਫ ਇੱਕ ਆਪਣੀ ਪ੍ਰਤਿਸ਼ਠਾ ਬਣਾ ਕੇ ਰੱਖਣੀ ਹੈ ਸਮਾਜ ਦੇ ਵਿੱਚ। ਜਿਵੇਂ ਕੋਈ ਬੰਦਾ ਵੱਡੀਆਂ ਵੱਡੀਆਂ ਹਵੇਲੀਆਂ ਬਣਾ ਲੇ, ਵਿਆਹਾਂ ਤੇ ਖਰਚ ਕਰੀ ਜਾਵੇ, ਆਪਣੇ ਆਪ ਨੂੰ ਬਸ ਦਿਖਾਣਾ, ਉਹਦੇ ਨਾਲ ਕੀ ਉਤਪਾਦਨ ਤੇ ਆਰਥਿਕ ਵਿਕਾਸ 'ਤੇ ਤਾਂ ਪ੍ਰਭਾਵ ਹੀ ਨਹੀਂ ਪੈਂਦਾ। ਉੱਥੇ ਨਿਵੇਸ਼ ਕਰਦੇ ਆ ਇੱਦਾਂ ਦੇ ਲੋਕ। ਤੇ ਜਿਹੜੇ ਧਨਾਤਮਕ ਰਾਸ਼ੀ ਪ੍ਰੇਰਨਾ ਵਾਲੇ ਲੋਕ ਹੈ, ਇਹ ਉੱਥੇ ਤੱਕ ਖਰਚ ਕਰਦੇ ਆ ਜਿੱਥੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ। ਉਤਪਾਦਨ ਦੇ ਕਈ ਸਾਧਨ ਅਵੰਡ ਹਨ, ਜਿਹਦੇ ਕਰਕੇ ਸਾਨੂੰ ਘੱਟੋ ਘੱਟ ਇੰਨਾ ਕੁ ਨਿਵੇਸ਼ ਤਾਂ ਕਰਨਾ ਹੀ ਪੈਂਦਾ। ਉਸ ਤੋਂ ਬਾਅਦ ਆ ਗਈਆਂ ਤੁਹਾਡੀਆਂ ਕ੍ਰਿਟਿਸਿਜ਼ਮ। ਜਨਮ ਦਰ ਅਤੇ ਮੌਤ ਦਰ ਵਿੱਚ ਸੰਬੰਧ। ਇਹ ਕੀ ਕਹਿੰਦਾ ਹੈ? ਇਹ ਕਹਿੰਦਾ ਨਾ ਕਿ ਜਿਵੇਂ ਜਿਵੇਂ ਇਨਕਮ ਵੱਧ ਜੂਗੀ, ਹੈ ਨਾ, ਉਤੇਜਕ ਤੱਤ ਜ਼ਿਆਦਾ ਕਿਰਿਆਸ਼ੀਲ ਹੋ ਜੂਗੇ, ਤਾਂ ਪਿੱਛੇ ਧੱਕਣ ਵਾਲੇ ਤੱਤ ਇਨਐਕਟਿਵ ਹੋ ਜੂਗੇ, ਜਿਵੇਂ ਜਨਸੰਖਿਆ ਵਿੱਚ ਵਾਧਾ ਹੋਣਾ। ਬਟ ਇਹ ਸਹੀ ਨਹੀਂ ਹੈ। ਜਨਮ ਦਰ ਅਤੇ ਮੌਤ ਦਰ 'ਚ ਸੰਬੰਧ ਇਹਨੇ ਸਹੀ ਨਹੀਂ ਦੱਸਿਆ ਕਿ ਜੇ ਇਨਕਮ ਵੱਧ ਜੂਗੀ ਤਾਂ ਉਹਦੇ ਨਾਲ ਮੌਤ ਦਰ ਘਟ ਜਾਏਗੀ। ਨਹੀਂ, ਜਨਮ ਦਰ ਵਧਣ ਦੇ ਹੋਰ ਬਹੁਤ ਕਾਰਨ ਹੈ, ਜਿਵੇਂ ਸਮਾਜਿਕ ਕਾਰਨ, ਹੈ ਨਾ, ਅਨਪੜ੍ਹਤਾ, ਇਹੋ ਜਿਹੀਆਂ ਬਹੁਤ ਚੀਜ਼ਾਂ ਜੋ ਕਿ ਜਨਮ ਦਰ ਨੂੰ ਵਧਾ ਰਹੀਆਂ। ਗੈਰ ਆਰਥਿਕ ਤੱਤ ਵੀ ਉਹੀ ਹੈ, ਕਈ ਸਮਾਜਿਕ ਧਾਰਮਿਕ ਤੱਤ ਹੈ ਜਿਹੜੇ ਕਿ ਜਨਸੰਖਿਆ ਨੂੰ ਵਧਾਉਂਦੇ ਆ। ਇਹਨੇ ਮੌਦਰਿਕ ਨੀਤੀ ਤੇ ਰਾਜਕੋਸ਼ੀ ਨੀਤੀ ਦੀ ਕੋਈ ਗੱਲ ਹੀ ਨਹੀਂ ਕੀਤੀ, ਨਾ ਮੋਨੇਟਰੀ ਪਾਲਿਸੀ ਬਾਰੇ ਕੋਈ ਡਿਸਕਸ ਕੀਤਾ ਤੇ ਨਾ ਹੀ ਫਿਸਕਲ ਪਾਲਿਸੀ ਬਾਰੇ। ਇੱਕ ਹੈ ਕਲੋਜ਼ਡ ਇਕੋਨਮੀ। ਕਹਿੰਦਾ ਕਿ ਵਿਦੇਸ਼ਾਂ ਦੀ ਸਾਨੂੰ ਜ਼ਰੂਰਤ ਹੀ ਨਹੀਂ, ਬਟ ਹਰ ਅਲਪ ਵਿਕਸਿਤ ਅਰਥ ਵਿਵਸਥਾ ਨੂੰ ਆਪਣਾ ਵਿਕਾਸ ਕਰਨ ਲਈ ਵਿਦੇਸ਼ੀ ਅਰਥ ਵਿਵਸਥਾ ਤੋਂ ਹੈਲਪ ਲੈਣੀ ਪੈਂਦੀ ਹੈ। ਨੈਕਸਟ ਆ ਗਿਆ ਰਾਜਕੀ ਯਤਨਾਂ ਦੀ ਅਵੇਲਨਾ, ਨਿਗਲੈਕਟ ਆਫ ਸਟੇਟ ਰੋਲ। ਵੀ ਸਟੇਟ ਦੀ ਵੀ ਰੋਲ ਦੀ ਇਹਨੇ ਕੋਈ ਗੱਲ ਨਹੀਂ ਕੀਤੀ। ਨਿਗਲੈਕਟ ਆਫ ਟਾਈਮ ਫੈਕਟਰ, ਠੀਕ ਹੈ। ਉਹ ਕਹਿੰਦਾ ਘੱਟੋ ਘੱਟ ਇੰਨਾ ਕੁ ਨਿਵੇਸ਼ ਕਰੋ, ਪਰ ਨਿਵੇਸ਼ ਕਰਨ ਤੋਂ ਬਾਅਦ ਉਤਪਾਦਨ ਹੋਣ 'ਚ ਕਿੰਨਾ ਟਾਈਮ ਲੱਗ ਜਾਏਗਾ, ਜਿਹੜਾ ਟਾਈਮ ਲੈਗ ਹੈ ਉਹਨੂੰ ਇਗਨੋਰ ਕਰਤਾ। ਆਧਾਰਭੂਤ ਮਾਨਤਾ ਦਾ ਦੋਸ਼ ਪੂਰਨ ਹੋ ਰਿਹਾ, ਠੀਕ ਹੈ। ਜੇਕਰ ਆਰੰਭਿਕ ਨਿਵੇਸ਼ ਘੱਟ ਤੋਂ ਘੱਟ ਹੋਵੇ ਤਾਂ ਜਨਸੰਖਿਆ ਵਿੱਚ ਵਾਧਾ ਹੋਵੇਗਾ। ਇਹ ਜਿਹੜੀਆਂ ਇਹਦੀਆਂ ਮਾਨਤਾਵਾਂ ਸੀ ਕਿ ਘੱਟ ਤੋਂ ਘੱਟ ਇੰਨਾ ਕੁ ਨਿਵੇਸ਼ ਹੋਊਗਾ ਤਾਂ ਫਿਰ ਜਨਸੰਖਿਆ ਵਧਣ ਵਾਲਾ ਇਫੈਕਟ ਵੀ ਘੱਟ ਜਾਏਗਾ, ਉਹ ਵੀ ਗਲਤ ਹੈ। ਆਪਾਂ ਨਿਵੇਸ਼ ਕਰੀ ਜਾਵਾਂਗੇ, ਜਨਸੰਖਿਆ ਵਧੀ ਜਾਵੇਗੀ। ਨਾਲ ਨਾਲ ਸਾਨੂੰ ਉਹ ਫੈਕਟਰਸ ਨੂੰ ਵੀ ਇਨਇਫੈਕਟਿਵ ਬਣਾਉਣ ਦੀ ਨਾਲ ਕੋਸ਼ਿਸ਼ ਕਰਨੀ ਪਵੇਗੀ। ਇਹ ਤੁਹਾਡਾ ਲੌਂਗ ਕੁਐਸਚਨ ਬਣ ਗਿਆ, ਇਹਨਾਂ ਨੂੰ ਪਿਕਸ ਪਾ ਦਿੰਨੀ ਹੈ, ਠੀਕ ਹੈ ਬੇਟਾ। ਇਹ ਤੁਸੀਂ ਜਿਹੜੇ ਅੰਡਰਲਾਈਨਸ ਕੀਤੀਆਂ ਹੋਈਆਂ ਲਾਈਨ ਤੇ ਨੋਟਸ ਬਣਾ ਕੇ ਮੈਨੂੰ ਸੈਂਡ ਕਰੋ।